ਅਕਾਲੀ ਸਰਕਾਰ ਦੇ ਸ਼ੁਰੂ ਕੀਤੇ ਪ੍ਰੋਜੈਕਟਾਂ ਦੇ ਕਾਂਗਰਸੀ ਆਗੂ ਕਰ ਰਹੇ ਨੇ ਉਦਘਾਟਨ। ਗਰਗ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਨੇ ਭਵਾਨੀਗੜ੍ਹ 'ਚ ਕੈਬਨਿਟ ਮੰਤਰੀ ਵਜਿੰਦਰ ਸਿੰਗਲਾ ਵੱਲੋਂ ਨਵੇਂ ਬੱਸ ਸਟੈਂਡ ਅਤੇ ਨਗਰ ਕੌਂਸਲ ਦਫ਼ਤਰ ਦੇ ਉਦਘਾਟਨ ਤੇ ਤਿੱਖੀ ਪ੍ਰਤੀਕਿਰਿਆ ਕਰਦਿਆਂ ਕਿਹਾ ਕਿ ਅਕਾਲੀ ਦਲ ਵੱਲੋਂ ਸ਼ੁਰੂ ਕੀਤੇ ਪ੍ਰੋਜੈਕਟਾਂ ਦੇ ਕਾਂਗਰਸੀ ਆਗੂ ਉਦਘਾਟਨ ਕਰਕੇ ਆਪਣੀ ਸਰਕਾਰ ਦੇ ਝੂਠੇ ਸੋਲੇ ਗਾ ਰਹੇ ਨੇ। ਦੌਰਾਨ ਗਰਗ ਨੇ ਕਿਹਾ ਕਿ ਭਵਾਨੀਗੜ੍ਹ ਸ਼ਹਿਰ ਦੇ ਉਕਤ ਦੋਵੇਂ ਪ੍ਰੋਜੈਕਟ ਅਕਾਲੀ ਸਰਕਾਰ ਸਮੇਂ ਤੋਂ ਹੀ ਸ਼ੁਰੂ ਕੀਤੇ ਗਏ ਨੇ ਅਤੇ ਇਹਨਾਂ ਦੋਵਾਂ ਦਾ 40% ਕੰਮ ਮੁਕੰਮਲ ਵੀ ਹੋ ਗਿਆ ਸੀ, ਪਰ ਕਾਂਗਰਸ ਸਰਕਾਰ ਬਣਦੇ ਹੀ ਇਹਨਾਂ ਪ੍ਰੋਜੈਕਟਾਂ ਦੇ ਕੰਮ ਠੱਪ ਕਰ ਦਿੱਤੇ ਗਏ ਸਨ, ਜਿਸ ਕਾਰਨ ਨਗਰ ਕੌਂਸਲ ਨੂੰ ਲੱਖਾਂ ਰੁਪਏ ਦਾ ਘਾਟਾ ਪਿਆ ਸੀ। ਉਹਨਾਂ ਨੇ ਕਿਹਾ ਕਿ ਹੁਣ 4 ਸਾਲ ਬਾਅਦ ਇਹਨਾਂ ਕੰਮਾਂ ਨੂੰ ਆਪਣੇ ਖਾਤੇ ਵਿੱਚ ਪਾ ਕੇ ਫੋਕੀ ਸੌਰਤ ਖੱਟ ਰਹੇ ਨੇ। ਉਹਨਾਂ ਨੇ ਕਿਹਾ ਕਿ ਸ਼ਹਿਰ ਦੇ ਸੀਵਰੇਜ ਦੇ ਕੰਮ ਵਿੱਚ ਕਾਂਗਰਸ ਸਰਕਾਰ ਨੇ ਕੋਈ ਵੀ ਨਵੀਂ ਪ੍ਰਗਤੀ ਨਹੀਂ ਕੀਤੀ, ਸਗੋਂ ਪਿਛਲੇ ਕੰਮ ਹੋਏ ਨੇ। ਕਿ ਇਹ ਪ੍ਰੋਜੈਕਟ ਜੇ ਸ਼ੁਰੂ ਹੋਇਆ ਸੀਗਾ, ਦੇਖੋ ਜਿਹੜਾ ਬੱਸ ਸਟੈਂਡ ਹੈ ਇਹ 2016 ਦੇ ਵਿੱਚ ਤਕਰੀਬਨ ਇਹਦੀ ਬਿਲਡਿੰਗ ਦੀ ਕੰਸਟਰਕਸ਼ਨ ਹੋ ਗਈ ਸੀ, ਪਰ ਬੜਾ ਅਫਸੋਸ ਹੈ ਕਿ ਜਦੋਂ ਸਰਕਾਰ ਬਦਲੀ ਤਾਂ ਸਿੰਗਲਾ ਸਾਹਿਬ ਨੂੰ ਤਾਂ ਚਾਹੀਦਾ ਸੀ ਕਿ ਉਹ ਕੰਮ ਇਮੀਡੀਏਟ ਕੰਪਲੀਟ ਕਰਾਉਂਦੇ, ਪਰ ਆਪਣੇ ਰਾਜਸੀ ਨੈਗੇਟਿਵਿਟੀ ਕਰਕੇ ਉਹ ਪ੍ਰੋਜੈਕਟ ਨੂੰ ਰੋਕਤਾ ਔਰ 4 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ। ਹੁਣ ਇਹ ਕੱਲ੍ਹ ਆ ਕੇ ਰਾਜਸੀ ਤਮਾਸ਼ਾ ਕਰ ਰਹੇ ਨੇ। ਤੁਸੀਂ ਦੇਖੋ ਕਿ 4 ਸਾਲ ਇਹ ਲੇਟ ਕਰਨ ਦੇ ਨਾਲ ਕਿੰਨਾ ਲੋਕਾਂ ਦਾ ਨੁਕਸਾਨ ਹੋਇਆ, ਖੱਜਲ ਖੁਆਰ ਹੋਏ ਨੇ, ਕਿੰਨੇ ਐਕਸੀਡੈਂਟ ਹੋ ਗਏ ਔਰ ਸਭ ਤੋਂ ਵੱਡੀ ਗੱਲ ਹੈ ਕਿ ਫਾਈਨੈਂਸ਼ੀਅਲੀ ਨੁਕਸਾਨ ਜਿਹੜਾ ਹੈ ਉਹ ਨਗਰ ਕੌਂਸਲ ਭਵਾਨੀਗੜ੍ਹ ਨੂੰ ਬਹੁਤ ਜ਼ਿਆਦਾ ਹੋਇਆ, ਕਿਉਂਕਿ ਜਿਹੜਾ 20 ਰੁਪਏ ਅੱਡਾ ਫੀਸ ਹੈ, ਜੇ ਨਵਾਂ ਬੱਸ ਸਟੈਂਡ ਸਾਡਾ ਤਿਆਰ ਹੋ ਜਾਂਦਾ ਤਾਂ ਇਹ ਰਿਵਾਈਜ਼ ਹੋ ਕੇ 60 ਰੁਪਏ ਜਿਹੜਾ ਹੈ ਪਰ ਜਿਹੜਾ ਹੈ ਚੱਕਰ ਇਹ ਮਿਲਣਾ ਸੀਗਾ। ਕਰੋੜਾਂ ਰੁਪਏ ਦਾ ਨੁਕਸਾਨ ਤਾਂ ਇਸੇ ਗੱਲ 'ਤੇ ਹੋ ਗਿਆ ਕਿ ਪ੍ਰੋਜੈਕਟ ਲੇਟ ਹੋ ਗਿਆ ਔਰ ਮੈਂ ਸਮਝਦਾ ਕਿ ਇਸ ਤਰ੍ਹਾਂ ਦਾ ਤਮਾਸ਼ਾ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਜਿਹੜੇ ਪ੍ਰੋਜੈਕਟ ਪਹਿਲਾਂ ਚੱਲਦੇ ਸੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹਨੂੰ ਗੰਭੀਰਤਾ ਨਾਲ ਲੈਂਦੇ, ਪਰ ਉਹਨੂੰ ਪਹਿਲਾਂ ਪੇਮੈਂਟਾਂ ਰੋਕ ਲਈਆਂ, ਫਿਰ ਵਾਈਂਡ ਅਪ ਕਰ ਲਿਆ। ਹੁਣ ਕਹਿ ਰਹੇ ਜੀ ਲੋਨ ਸੀ, ਅਤੇ ਜਿਹੜਾ ਇਹ ਸੀਵਰੇਜ ਅਤੇ ਵਾਟਰ ਸਪਲਾਈ ਦਾ ਕੰਮ ਹੈ ਇਹ ਸਾਰੇ ਪ੍ਰੋਜੈਕਟ ਪੰਜਾਬ ਦੇ ਵਿੱਚ ਲੋਨ 'ਤੇ ਚੱਲ ਰਹੇ ਨੇ ਔਰ ਉਹ ਕੰਮ ਵੀ ਅਜੇ ਤੱਕ ਕੰਪਲੀਟ ਨਹੀਂ ਹੋਇਆ। ਜਗ੍ਹਾ ਜਗ੍ਹਾ 'ਤੇ ਸੜਕਾਂ ਟੁੱਟੀਆਂ ਪਈਆਂ ਨੇ, ਲੋਕ ਦੁਖੀ ਨੇ ਔਰ ਕਿਸੇ ਜਗ੍ਹਾ 'ਤੇ ਕੋਈ ਕੰਮ ਨਹੀਂ ਉਹਨਾਂ ਨੇ ਕੰਪਲੀਟ ਕੀਤਾ। ਇਸੇ ਤਰ੍ਹਾਂ ਸੰਗਰੂਰ ਦੇ ਵਿੱਚ ਉਹ ਪ੍ਰੋਜੈਕਟ ਜਿਹੜਾ ਰੁਲਿਆ ਫਿਰਦਾ ਜਿਹਦੇ ਵਿੱਚ STP ਵਾਸਤੇ ਹੁਣ ਤੱਕ ਜਗ੍ਹਾ ਨਹੀਂ ਲਈ ਔਰ 1000 ਜਿਹੜੀ ਸਟਰੀਟ ਲਾਈਟ ਲੱਗਣੀ ਤੇ ਉਹਦੇ 'ਚੋਂ 400 ਹੀ ਲਾਈਆਂ ਨੇ ਅਜੇ ਤੱਕ। ਇਸ ਕਰਕੇ ਮੈਂ ਸਮਝਦਾ ਕਿ ਜਦੋਂ ਦੀ ਕਾਂਗਰਸ ਸਰਕਾਰ ਆਈ ਹੈ, ਸਿਵਾਏ ਰਾਜਸੀ ਬਦਲਾਖੋਰੀ ਤੋਂ ਜਾਂ ਕਰਪਸ਼ਨ ਤੋਂ ਬਿਨਾਂ ਕੋਈ ਗੱਲ ਨਹੀਂ। ਹਰ ਸਹੂਲਤ ਜਿਹੜੀ ਹੈ ਲੋਕਾਂ ਤੋਂ ਖੋਈ ਜਾ ਰਹੀ ਹੈ ਵੀ ਸ਼ਾਇਦ ਨਗਰ ਕੌਂਸਲ ਚੋਣਾਂ ਦੇ ਵਿੱਚ ਸਾਨੂੰ ਇਹਦਾ ਕੋਈ ਮੁਫਾਦ ਮਿਲਣਾ ਹੈ। ਅਜੇ ਤੱਕ ਉੱਥੇ ਬੈਂਚ ਨਹੀਂ ਲੱਗੇ, ਸਵਾਰੀਆਂ ਦੇ ਬੈਠਣ ਦੇ ਸੀਟਿੰਗ ਕਪੈਸਿਟੀ ਕੋਈ ਨਹੀਂ ਹੈ, ਕੋਈ ਉੱਥੇ ਸਹੂਲਤ ਪ੍ਰੋਵਾਈਡ ਨਹੀਂ ਹੈ। ਗੱਲ ਤਾਂ ਇਹ ਕਿ 4 ਸਾਲ ਇਹ ਪ੍ਰੋਜੈਕਟ ਕਿਉਂ ਲਟਕਾਇਆ, ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਸੀਗੀ। ਇਸ ਕਰਕੇ ਮੈਂ ਸਮਝਦਾ ਕਿ ਇਹੀ ਪੋਜੀਸ਼ਨ ਹੈ ਜੀ ਸੰਗਰੂਰ ਦੇ ਵਿੱਚ ਹੈ। ਹੁਣ ਜਾ ਕੇ ਕਦੇ ਗਲੀਆਂ 'ਚ ਜਾਂਦੇ ਨੇ, ਕਦੇ ਮਹੱਲਿਆਂ 'ਚ ਜਾਂਦੇ ਨੇ, ਕੋਈ ਰੀਬਨ ਕੱਟਦਾ ਫਿਰਦਾ, ਕੋਈ ਉੱਥੇ ਲੱਡੂ ਵੰਡਦਾ ਫਿਰਦਾ, ਕੋਈ ਉੱਥੇ ਇਸ ਤਰ੍ਹਾਂ ਦੇ ਜਿਹੜੀ ਡਰਾਮੇਬਾਜ਼ੀ ਹੈ ਉਹ ਤਾਂ ਲੋਕ ਭਲੀ ਭਾਂਤ ਜਾਣਦੇ ਨੇ। ਕਿਉਂਕਿ ਜਿਹੜੇ ਪ੍ਰੋਜੈਕਟ ਮੈਂ ਆਪਣੀ ਸਰਕਾਰ ਦੇ ਸਮੇਂ 'ਚ ਲਿਆਂਦੇ ਸੀਗੇ, ਉਹ ਜੋ ਪ੍ਰੋਜੈਕਟਾਂ ਦਾ ਹਾਲ ਕੀਤਾ ਹੈ ਉਹ ਬਹੁਤ ਹੀ ਦੁਖਦਾਈ ਹੈ। ਦੇਖੋ ਜੀ, ਨਗਰ ਕੌਂਸਲ ਦੇ ਵਿੱਚ ਪਹਿਲਾ ਮੁੱਦਾ ਤਾਂ ਇਹੀ ਰਹੂਗਾ ਕਿ ਸ਼ਹਿਰ ਦੇ ਵਿੱਚ ਜਿਹੜੇ ਰਹਿੰਦੇ ਕੰਮ ਨੇ ਉਹਨਾਂ ਨੂੰ ਅਸੀਂ ਕੰਪਲੀਟ ਕਰਵਾਈਏ। ਦੂਜਾ ਇਹ ਹੈ ਕਿ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਜੋ ਦਫ਼ਤਰਾਂ ਦੇ ਵਿੱਚ ਲੁੱਟ ਖਸੁੱਟ ਹੈ, ਹਰ ਚੀਜ਼ ਵਿਕਾਊ ਹੋ ਗਈ। ਮੈਂ ਇਹ ਗੱਲ ਕਹਿਣਾ ਨਹੀਂ ਚਾਹੁੰਦਾ, ਮੈਨੂੰ ਨਹੀਂ ਲੱਗਦਾ ਕਿ ਕੋਈ ਇਹੋ ਜਿਹਾ ਕੰਮ ਹੈ ਜਿਹੜਾ ਬਿਨਾਂ ਕਿਸੇ ਰੇਟ ਤੋਂ ਹੁੰਦਾ ਹੋਵੇ। ਤੁਸੀਂ ਦੇਖੋ ਕਿ ਇਕੱਲਾ ਅਸੀਂ ਗੱਲ ਕਰਦੇ ਤੇ ਹਰ ਤਰ੍ਹਾਂ ਦਾ ਮਾਫੀਆ ਖੜਾ ਹੋ ਗਿਆ, ਟਰਾਂਸਪੋਰਟ ਮਾਫੀਆ ਲੈਦਾ, ਇੰਟਰਲੋਕਿੰਗ ਮਾਫੀਆ ਲੈਦਾ, ਬਹੁਤ ਕੁਝ ਹੋ ਰਿਹਾ ਹੈ। ਇਸ ਕਰਕੇ ਸਾਰਾ ਕੁਝ ਲੋਕਾਂ ਦੇ ਸਾਹਮਣੇ ਹੈ। ਸਾਡੇ ਮੁੱਦੇ ਹੋਣਗੇ ਸ਼ਹਿਰ ਦੀ ਡਿਵੈਲਪਮੈਂਟ ਔਰ ਸ਼ਹਿਰ ਦੇ ਜਿਹੜੇ ਕੰਮ ਨੇ ਉਹਨੂੰ ਪਹਿਲ ਦੇ ਆਧਾਰ 'ਤੇ ਕਰਾਉਣਾ। ਜਿਸ ਦਿਨ ਦੀ ਕੈਪਟਨ ਸਰਕਾਰ ਆਈ ਹੈ, ਜੋ ਜਲਾਲਤ ਇਹਨਾਂ ਨੇ ਮੁਲਾਜ਼ਮਾਂ ਨਾਲ ਕੀਤੀ ਹੈ, ਜਿਸ ਤਰ੍ਹਾਂ ਦਾ ਉਹਨਾਂ ਦੇ ਉੱਤੇ ਤਸ਼ੱਦਦ ਉਠਾਇਆ ਜਾ ਰਿਹਾ ਹੈ ਔਰ ਉਹਨਾਂ ਨੂੰ ਦੇਣਾ ਦਾ ਕੀਤੀ ਜੋ ਕੁਝ ਮਿਲ ਰਿਹਾ ਸੀ ਖੋਹਿਆ ਜਾ ਰਿਹਾ ਹੈ। ਰੈਗੂਲਰ ਕਰਨ ਦਾ ਉਹਨਾਂ ਨਾਲ ਵਾਅਦਾ ਕੀਤਾ ਸੀਗਾ, ਨਾ ਰੈਗੂਲਰ ਤਾਂ ਕੀ ਕਰਨੇ ਸੀ। ਮੈਨੂੰ ਲੱਗਦਾ ਕਿ ਹਜ਼ਾਰਾਂ ਅਸਾਮੀਆਂ ਵੱਖ-ਵੱਖ ਮਹਿਕਮੇ ਦੀਆਂ ਇਹਨਾਂ ਨੇ ਉਹ ਖਤਮ ਹੀ ਕਰਤੀਆਂ ਅਸਾਮੀਆਂ। ਹੁਣ ਆ ਜਿਹੜਾ ਨਵਾਂ 5 ਤਾਰੀਖ ਨੂੰ ਕੀਤਾ ਹੈਗਾ ਕਿ ਜਿਹੜੇ ਕੰਟਰੈਕਟ 'ਤੇ ਮੁਲਾਜ਼ਮ ਸੀ ਉਹਨਾਂ ਦੀ ਤਨਖਾਹ 2000 ਰੁਪਏ ਘਟਾਤੀ ਔਰ ਜਿਹੜੇ ਦੂਸਰੇ ਸੀਗੇ ਆਪਣੇ ਫਿਜ਼ੀਓਥੈਰੇਪਿਸਟ ਤੇ ਉਹਨਾਂ ਦੀ 5-5000 ਰੁਪਏ ਘਟਾਤੀ। ਦੇਖੋ ਸਰਕਾਰ ਦਾ ਮੈਨੂੰ ਸਮਝ ਨਹੀਂ ਆ ਰਹੀ ਕਿ ਸਰਕਾਰ ਕੀ ਸੋਚ ਰਹੀ ਹੈ। ਕੀ ਤੁਸੀਂ ਮੁਲਾਜ਼ਮਾਂ ਨੂੰ ਦਾ ਸ਼ੋਸ਼ਣ ਕਰਕੇ ਤੁਸੀਂ ਇਹ ਕੰਮ ਨੂੰ ਕਰ ਸਕਦੇ ਹੋ? ਹੁਣ ਨਵਾਂ ਇੱਕ ਫੈਸਲਾ ਕਰ ਲਿਆ
ਕਿ ਜਿਹੜੇ ਫਰਦ ਕੇਂਦਰ ਨੂੰ ਬੰਦ ਕਰ ਦਿਓ। ਸੇਵਾ ਕੇਂਦਰਾਂ ਦੇ ਉੱਤੇ ਫਰਦਾਂ ਮਿਲਿਆ ਕਰਨਗੀਆਂ। ਕਿਸਾਨ ਨੂੰ ਤੁਸੀਂ ਉਹਦਾ ਗਲ ਘੋਟ ਰਹੇ ਹੋ। ਫਰਦ ਕੇਂਦਰ ਤੇ ਜਾਂਦਾ ਸੀਗਾ ਤੇ ਆਪਣੇ ਥੋੜੇ ਪੈਸੇ ਲੱਗਦੇ ਸੀਗੇ ਤੇ ਉੱਥੇ ਆਰਾਮ ਨਾਲ ਆਪਣੀ ਫਰਦ ਲੈ ਲੈਂਦਾ ਸੀਗਾ। ਸੇਵਾ ਕੇਂਦਰ ਤੁਸੀਂ ਬੰਦ ਕਰਤੇ। 2188 ਸੇਵਾ ਕੇਂਦਰ ਤੇ ਅੱਜ 1700 ਤੁਸੀਂ ਉਹਦੇ ਜੋ ਬੰਦ ਕਰਤੇ। ਸੇਵਾ ਕੇਂਦਰਾਂ ਦੀ ਲਾਈਨਾਂ ਲੱਗੀਆਂ ਪਈਆਂ ਨੇ। ਲੋਕ ਸਵੇਰੇ 6 ਵਜੇ ਆਉਂਦੇ ਨੇ, 2-2 ਵਜੇ ਤੱਕ ਉੱਤੇ ਬੈਠ ਕੇ ਖੱਜਲ ਖੁਆਰ ਹੁੰਦੇ ਨੇ। ਕਿਸੇ ਦਾ ਕੋਈ ਕੰਮ ਨਹੀਂ ਹੁੰਦਾ। ਸਰਵਿਸ ਚਾਰਜ ਤੁਸੀਂ 10 ਨੂੰ ਟਾਈਮ ਵਧਾਤੀ। ਸੰਗਰੂਰ ਤੋਂ ਵੌਇਸ ਆਫ ਟਰੁੱਥ ਲਈ ਰਾਜਵਿੰਦਰ ਸਿੰਘ।